सब देखने और सुनने वालों की खिदमत में मोहब्बत भरा सलाम। यकूब साहब इटली से हमारे साथ होंगे और यकूब साहब से आज पूछेंगे कि पाकिस्तान में जो हालात बने हुए हैं, उसके लिए यकूब साहब क्यों परेशान है? यकूब साहब क्यों परेशान है? पाकिस्तान के हालात तो 75 साल से ऐसे हैं, आप इतने सख्त परेशान हैं आजकल। ਇਹ ਜਦੋਂ ਦੀ ਦੁਨੀਆ ਬਣੀ ਹੈ ਜਵੇਦ ਸਾਹਿਬ, ਤੇ ਹਾਲਾਤ ਦੁਨੀਆ ਦੇ ਕਦੇ ਨਾ ਠੀਕ ਹੋਏ ਤੇ ਨਾ ਹੋਣੇ ਨਾ, ਲੇਕਿਨ ਇਹ ਵੀ ਆਪਣੀ ਆਪਣੀ ਸੋਚ ਹੈ। ਕੁਝ ਬੰਦੇ ਨੇ ਅੱਜ ਛੁੱਟੀ ਹੈ, ਹਫਤਾ ਹੈ, ਵੀਕਐਂਡ ਹੈ, ਕੱਲ ਇਤਵਾਰ ਹੈ, ਉਹਨਾਂ ਨੇ ਕੱਪੜੇ ਪਾਣੇ ਨੇ, ਜੁੱਤੀ ਚੰਗੀ ਪਾਣੀ ਹੈ, ਕਾਗਜ਼ ਲੱਭਦੇ ਨੇ, ਯੂਰਪ ਨੇ, ਉਹਨਾਂ ਨੂੰ ਨਾ ਕੋਈ ਆਪਣੀ ਔਲਾਦ ਦਾ, ਨਾ ਕੋਈ ਮਾਂ ਬਾਪ ਦਾ, ਨਾ ਕੋਈ ਮਜ਼ਹਬ ਦਾ, ਨਾ ਕੋਈ ਮੁਲਕ ਦਾ। ਇਹ ਆਪਣੇ ਆਪਣੇ ਬਲੱਡ ਦੀ ਜਵੇਦ ਸਾਹਿਬ ਗੱਲ ਹੁੰਦੀ ਹੈ। ਮੈਂ ਤੁਹਾਨੂੰ ਪਤਾ ਨਾ, ਮੈਂ ਨਾ ਤੇ ਕੋਈ 20 ਲੱਖ बीमार बंदा, मैं तुरनों लाचार, लेकिन मेरी एक जबिलत है, मेरी एक अपनी सोच है। मैं अपने वतन च जुल्म होंदा नहीं देख सकता। जुल्म पाकिस्तान से की है। मैं इत्थे यूरोप विच एक दिहाड़े मेरे कोल 10 रुपये उस वे कागज नहीं लभे। मैं तुहानूं 29 साल बाद गल सुनना एक मिनट च। एक गोली की पाउडर पींदी है, दो मियाँ पींदी है कि उसकी बच्ची निकी जी 5-6 साल की, सारे ना गोरिया ने बच्चों को गुब्बारे लैके दिते, तो कुड़ी रोए भंडी पाए और रानी मेरे सामने 2-3 बारी चंड मारी। मेरे दिल में तकलीफ हुई, ਉਹਨੂੰ मैं गुब्बारा लै दिता। तो वह आदि है तू क्यों लै दिता है? 10 रुपये तो लाया। मैं कोई गल नहीं, बच्चे बराबर ने, क्रिश्चन दे होन, मुसलमान दे होन, यहूदी दे होन, सिख दे होन, बच्ची तू मारनी आदि मेरे को पैसे नहीं कि मैं लै देंदी। कोई गल नहीं, मेरे को है ना, यही 10 ने, कोई गल नहीं, वो गुब्बारा लै। तो मैं गल करने का मतलब यह है, अपना अपना इंसान का ब्लड है, सोच है बंदे की। मैं तुहानूं अज इस गल तो शुरू करनी है गल ਜਿਹੜੀ ਤੁਸੀਂ ਪਾਕਿਸਤਾਨ ਦੀ ਗੱਲ पे करते हो। ਤੁਹਾਨੂੰ मैं एक सच्चा ते सुच्चा वाकया ਜਿਹੜਾ ਮੇਰੇ ईमान ਨਾਲ ਬਣੋ, ਇਹ ਵੀ ਗੱਲ याद है। ਉਸ ਤੋਂ ਗੱਲ ਮੁਲਕ, एक गल मुल्क के बारे नहीं, पर ਤੁਹਾਨੂੰ मैं एक पहला हवाला देन लगा जी। मेरे नानके ने तहसील फालिया हों तो जिला मंडी भाहौल भी मर गया, उसे कोई हाथ होंगे आ। मैं छुट्टियां हुई हैं, उस वे मैं 9वीं पढ़ लिया जी। मैं नानके गया, साढ़े को लगता ही ना उत्थे साडा पहले कोई थोड़ी जी भंडी हो गई, कोई टवटक भी उन्होंने मारिया, ਉਹ ਟੁਰ ਕੇ ਜਿਹੜੇ ਸਾਡੇ ਲੱਗਦੇ ਨੇ ਦੂਜੇ ਨੇ, ਉਹ ਥਾਣੇ ਟੁਰ ਕੇ ਪਾਲਿਆਂ ਲਈ ਥਾਣਾ ਲੱਗਦਾ ਹੈ। ਸ਼ਾਮੀ ਪੁਲਿਸ ਆਈ, ਉਹਨਾਂ ਮੇਰਾ ਵੀ ਨਾਲ ਖਾਸ ਲਿਆ ਵਿੱਚ, ਆਲਾ ਤੁਕ ਨਹੀਂ ਬਣਦਾ ਕੋਈ। ਉਹਨਾਂ ਕਿਹਾ ਜੀ ਇਹ ਵੀ ਨਾ ਟੀਮਾਂ ਮਾਰਦਾ ਰਿਹਾ। ਫਿਰ ਤੁਹਾਨੂੰ ਪਤਾ ਬਜ਼ੁਰਗ ਹੋਣ, ਮਾਮੇ ਹੋਣ, ਮਾਸੀਆਂ ਹੋਣ, ਫੁੱਫੀਆਂ ਨੇ ਨਾਲ ਰਲਣਾ ਪੈਂਦਾ। ਉੱਥੇ ਰਾਤੀ ਉਹ ਮਗਰ ਮੇਰੇ ਮਾਮੂ ਜਾਨ ਹਾਫਿਜ਼ ਕੁਰਾਨ ਹੈ, ਇਮਾਮ ਮਸਜਿਦ ਆਏ, ਉਹ ਬੰਦੇ ਪਿੰਡ ਦੇ 4-5 ਮੌਜੂਦ ਗਏ। ਉਹਨੂੰ ਕਿਹਾ ਲੱਗਦੇ ਨੇ ਕੋਈ ਭੰਡੀ ਨਹੀਂ, ਖਰਾਬੀ ਨਹੀਂ, ਥੱਲਾ ਨੂੰ ਕਿਹਾ ਬਦਤਮੀਜ਼ੀ ਨਾ ਕਰੀ, ਬਾਕੀਆਂ ਨੂੰ ਭਾਵੇਂ ਥੱਲੇ ਸੌਣ। ਜਿਹੜੇ ਨਾ ਬਜ਼ੁਰਗ, ਇਹ ਸਾਡੇ ਇਮਾਮ ਮਾਸ਼ਦ ਨੇ, ਉਹ ਬਜ਼ੁਰਗ ਬੰਦੇ ਦਰਵੇਸ਼ ਹੈ, ਤੇ ਇਹਨਾਂ ਨੂੰ ਮੰਜੀ ਗਈ, ਜੇ ਆਪੇ ਜੇ ਰਾਜ਼ੀਨਾਮਾ ਕਰ ਲੈਣ ਨਾ ਕਰਨ ਤੇ ਚਲਾਨ ਕਰ ਦਿਓ। ਉਹਨਾਂ ਕਿਹਾ ਠੀਕ ਹੈ। ਉਹਨਾਂ ਰਾਤੀ ਇੱਕ ਬੰਦਾ ਫੜ ਜਾਂਦਾ, ਉਹਨੂੰ ਆਖਦੇ ਨੇ ਉਹ ਪੁਲਿਸ ਵਾਲੇ ਬਈ ਇੱਥੇ ਨਾ ਪੈਰਾਂ ਭਰਨੇ ਬਹਿ ਜਾ। ਉਹ ਚੌਕੜੀ ਮਾਰ ਕੇ ਟੂਈ ਥੱਲੇ ਰੱਖ ਕੇ ਬਹਿ ਗਿਆ। ਉਹ ਝੱਟੇਬਾਜ਼ ਤੋਂ ਆਉਂਦਾ, ਪੁਲਿਸ ਸਾਡੀ ਪਾਕਿਸਤਾਨ ਦੀ ਨਾਲ ਖੁਦਾ ਮਾਫੀ ਦੇ ਵੀ ਚੰਗੇ ਵੀ ਨੇ, ਭਾਈ ਜ਼ਿਆਦਾ ਨੇ ਨਾ, ਉਹ ਤੁਖਮੇ ਸਿਲਸਿਲੇ ਨੇ, ਤੇ ਉਹਨਾਂ ਦੀ ਜ਼ਬਾਨ ਕੱਟਣ ਹੁੰਦੇ ਨੇ, ਮਾਊ ਨੂੰ ਵੀ ਜੀ ਬੋਲਦੇ ਨੇ। ਉਹ ਉਹਨੂੰ ਆ ਕੇ 960 ਲੈਣ ਲੱਗ ਪਿਆ, ਤੇਰੀ ਐਸੀ ਟੈਕਸ਼ਨ ਆ ਕੇ ਪੈਰਾਂ ਪਰਨੇ ਬਹੁਤ ਚੌਕੜੀ ਮਾਰ ਕੇ ਬਹਿ ਗਿਆ। ਉਹ ਉਹਨੂੰ ਬੜੇ ਆਰਾਮ ਨਾਲ ਆਦਾ, ਬੰਦਾ ਬੜਾ ਪੁਰਾਣਾ ਖੋਚਲ ਹੈ, ਪੁਲਿਸ ਨੂੰ ਜਾਣਦੇ ਆ, ਉਹਨੇ ਬੜੀਆਂ ਮਾਰਾਂ ਖਾਧੀਆਂ। ਆਦਾ ਪੁੱਤਰ ਮੇਰੇ ਗੋਡਿਆਂ 'ਚ ਦਰਦ ਹੈ, ਮੇਰੇ ਕੋਲ ਪੈਰਾਂ ਭਰਨੇ ਨਹੀਂ ਬਹਿਣ ਹੁੰਦਾ। ਆਦਾ ਤੁਹਾਨੂੰ ਵਾਲ ਕਰ ਲੈਂਦੇ ਆ। ਉਹ 10 ਮਿੰਟਾਂ ਬਾਅਦ ਜਾਂ 15 ਮਿੰਟਾਂ ਬਾਅਦ ਇਹ ਸਾਰਾ ਥਾਣਾ ਉੱਠਿਆ, ਉਹਨਾਂ ਕੁੱਟ ਕੇ ਉਹਨੂੰ, ਜਿਸ ਵੇਲੇ ਉਹਨੂੰ ਛੱਡਣ ਤੇ ਫਿਰ ਚੌਕੜੀ ਮਾਰ ਕੇ ਬਹਿ ਜਾਏ। ਉਹ ਆਖੇ ਪੈਰਾਂ ਭਰਨੇ ਪਾਓ। ਉਹ ਆਖਦਾ ਮੈਂ ਨਾ ਪੁੱਤਰ ਮੇਰੇ ਗੋਡਿਆਂ 'ਚ ਦਰਦ ਹੈ, ਉਹ ਮਾਰ ਖਾਏ, ਸਾਨੂੰ ਤਰਸ ਆਵੇ ਵੀ ਇੰਨੀ ਮਾਰ ਖਾਂਦਾ ਪਿਆ, ਕਿਉਂ ਨਹੀਂ ਬਹਿ ਜੇ ਗੋਡੇ। ਉਹ ਸਾਨੂੰ ਵੀ ਜਿਹੜੀ ਗੱਲ ਦਾ ਨਹੀਂ ਪਤਾ ਹੈ। ਉਹਨਾਂ ਦੀ ਰਾਤੀ ਉਹਨੂੰ ਚੰਗੀ ਪਿੱਤ ਲਾਈ, ਸਵੇਰੇ ਉਹਨੂੰ ਫੇਰ ਮਾਰਿਆ। ਉਹ ਉਹਨਾਂ ਕੋਲ ਨਾ ਪੈਰਾਂ ਭਰਨੇ ਨਾ ਬਗੋ, ਸਰਦਾਰ ਉਹਨੂੰ ਪੇਸ਼ੀ ਆਖਦਾ ਚੱਲ ਦਫਾ, ਤੇਰੀ ਐਸੀ ਤੈਸੀ ਕੀਤੀ, ਸਾਡੇ ਮੱਥਣ ਲੱਗੀ, ਦਫਾ ਜਾ ਥਾਣੀ, ਦਫਾ ਜਾ। ਅੱਛਾ, ਉਹ ਨਾ ਮੇਰੇ ਮਾਮੂ ਦੀ ਨਮਾਜ਼ ਪੜ੍ਹਨ ਗਏ, ਉਹ ਲੱਗੇ ਆਉਂਦੇ ਵਾਪਸ ਮਸਜਿਦ ਬਾਹਰ ਹੀ ਨਾਲ ਥਾਣੇ ਪਾ ਲਿਆ ਬੂਹੇ ਅੱਗੇ। ਉਹਨੂੰ ਆਖਦੇ ਨਾ ਤੁਸੀਂ ਹਾਫਿਜ਼ ਸਾਹਿਬ ਰਾਤੀ ਮੈਨੂੰ ਆਖਦੇ ਤੂੰ ਮਾਰ ਖਾਣਾ ਚੌਕੜੀ ਪਰ, ਤੂੰ ਬਹਿ ਜਾਣੇ ਪੈਰਾਂ ਪਰਨੇ ਚੌਕੜੀ ਮਾਰਨਾ। ਇਹਨਾਂ ਦੀ ਮਾਂ ਦੀ ਐਸੀ ਤੈਸੀ, ਇਹ ਆਖਦੇ ਨੇ ਮੱਝ ਦੇ। ਮੈਂ ਇਹਨਾਂ ਨੂੰ ਹਰਾਮਦਿਆਂ ਨੂੰ ਜਾਣਨਾ, ਮੈਂ ਮੱਝ ਚਾਹ ਵੀ ਦਿਆਂ, ਇਹਨਾਂ ਮੈਨੂੰ ਮਾਰਨਾ ਜ਼ਰੂਰ ਹੈ। ਤੇ ਉਹ ਤੇ ਮੈਂ ਮੱਝ ਦਿਆਂਗਾ ਤੇ ਮੈਨੂੰ ਹਫਤਾ ਰੱਖਣ ਦੇ, ਮਾਰਨ ਦੇ, ਚਲਾਨ ਕਰਨ ਦੇ। ਜੇ ਤੇ ਇਹਨਾਂ ਮੇਰੀ ਚੌਕੜੀ ਪਟਾ ਲਈ ਫਿਰ ਤੇ ਮੱਝ ਵੀ ਦਿਆਂਗਾ, ਮੈਂ ਚੌਕੜੀ ਨਹੀਂ ਪਟਣੀ। ਮੈਨੂੰ ਪੈਂਦੇ ਦੂਜੇ ਪਾਏ ਹੈ। ਇਹ ਤੁਹਾਨੂੰ ਮੈਂ ਗੱਲ ਤਾਂ ਸੁਣਾਈ ਹੈ, ਜਿਹੜੀ ਨੇ ਅਲਕ ਹਰਾਮ ਦੇ ਨੇ ਸਾਰੇ ਨਾਲ ਮਿਲ ਕੇ, ਜਿਤਨੇ ਵੀ ਹਰਾਮੀ ਨੇ ਪਾਕਿਸਤਾਨ 'ਚ, ਜਿਹੜੇ 6-7 ਅਹੁਦਿਆਂ ਤੇ ਬੈਠੇ ਨੇ ਵੱਡੇ, ਇਹ ਨਾ ਮੁਸਲਮਾਨ ਨੇ, ਨਾ ਇਹਦਾ ਕੋਈ ਪਾਕਿਸਤਾਨ ਨਾਲ ਤਲਕ ਹੈ,
ਨਾ ਇਹਨਾਂ ਦਾ ਕੋਈ ਗੈਰ ਨਾਲ ਤਲਕ ਹੈ, ਨਾ ਇਹਨਾਂ 'ਚ ਕੋਈ ਇਨਸਾਨੀਅਤ ਹੈ। ਜੋ ਕੁਝ ਪਾਕਿਸਤਾਨ ਜਵੇਦ ਸਾਹਿਬ ਮੇਰੀ ਇੱਕ ਗੱਲ ਪੂਰੀ ਕੌਮ ਸੁਣ ਲਈ ਪਈ। ਮੈਂ ਅਪੀਲ ਕਰਨਾ ਆਪਣੀ ਪੂਰੀ ਪਾਕਿਸਤਾਨੀ ਕੌਮ ਅੱਗੇ, ਜਿਹੜਾ ਬੰਦਾ ਮੇਰਾ ਅੱਜ ਦਾ ਪ੍ਰੋਗਰਾਮ ਸੁਣੇ ਉਹਦੇ ਤੇ ਫਰਜ਼ ਹੈ, ਅਗਰ ਆਪਣੀ ਮਾਂ ਦਾ ਦੁੱਧ ਪੀਤੇ ਜੇ ਜਿੱਥੇ ਜਿੱਥੇ ਤੁਹਾਡੇ ਤਲਕ ਨੇ ਪਾਕਿਸਤਾਨੀ, ਇਹ ਮੇਰਾ ਪੈਗਾਮ ਪਹੁੰਚਾਓ। ਇਹਨਾਂ ਤੁਹਾਡਾ ਇਹ ਕੰਮ ਕੀਤਾ, ਤੁਹਾਨੂੰ ਥਾਣੇ ਪੜ੍ਹੇ ਲਈ ਚੋਰ ਆਇਆ ਨਾ, ਉਹਨੇ ਪੁਲਿਸ ਨੂੰ ਪਾਏ ਇਸ ਪਾਂਡੇ ਵਿੱਚ, ਜੇ ਤੁਸੀਂ ਮੇਰੀ ਚੌਕੜੀ ਪਟਾ ਲਈ ਤੇ ਮੈਂ ਮੱਝ ਵੀ ਦਿਆਂਗਾ। ਜੇ ਤੇ ਮੈਂ ਪੈਰਾਂ ਪੱਲੇ ਬਹਿ ਗਿਆ, ਮੈਂ ਪੈਰਾਂ ਪੱਲੇ ਬਹਿਣਾ ਹੀ ਨਹੀਂ। ਇਹਨਾਂ ਹਰਾਮੀਆਂ ਇਹ ਕੰਮ ਸ਼ੁਰੂ ਕੀਤੇ ਹੈ ਤੇ ਦੂਜੇ ਜਿਹੜੇ ਜਾਹਿਲ ਨੇ ਤੇ ਕੁਝ ਵਿੱਚ ਹਰਾਮੀ ਨੇ PTI ਯਾਰੇ ਉਹ ਤੁਸੀਂ ਕਿਉਂ ਆ ਜਾਓ ਗਵਰਨਮੈਂਟ ਹੈ ਜਵੇਦ ਸਾਹਿਬ, ਗਵਰਨਮੈਂਟ ਹੈ ਜੇ ਪਾਕਿਸਤਾਨ ਦੀ ਕੋਈ? ਅੱਛਾ ਗੱਲ ਸੁਣੋ, ਵਜ਼ੀਰ ਆਜ਼ਮ ਇਲੈਕਸ਼ਨ ਜਿੱਤੇ, ਸ਼ਬਾਜ਼ਾ ਜਿੱਤੇ ਹੈ। ਅੱਛਾ ਗੱਲ ਸੁਣੋ, ਅੱਜ ਨਾਮ ਨਾ ਲਿਓ, ਵੈਸੇ ਹੀ ਜਰਾ ਗੱਲਬਾਤ ਕਰੋ, ਨਾਮ ਨਾ ਕਿਸੇ ਦਾ ਲੈਣਾ, ਠੀਕ ਨਾ ਨਹੀਂ ਮੈਂ ਕਿਸੇ ਦਾ ਲੈਣਾ ਤੋਂ। ਮੈਂ ਕਹਿੰਦਾ 7 ਸੱਤ ਜਿਹੜੇ ਉਹ ਯਜ਼ੀਦ ਵੀ ਹੈ, ਫਿਰੌਨ ਵੀ ਹੈ, ਨਮਰੂਦ ਵੀ ਹੈ, ਸ਼ਹਜ਼ਾਦ ਵੀ ਹੈ, ਮੀਰ ਜਾਫਰ ਵੀ ਹੈ, ਮੀਰ ਸਾਦਕ, ਜੋ ਕੁਝ 7 ਉਹਦੇ ਨਾਲ ਜਿਹੜੇ ਬੈਠੇ ਉਹਨਾਂ 'ਚ ਇੱਕ ਵੀ ਹਲਾਲੀ ਨਹੀਂ। ਪੂਰੇ ਮੁਲਕ ਦੇ ਹਾਈ ਲੈਵਲ ਤੇ ਬੈਠੇ ਨੇ, ਥੱਲੇ ਉਹਨਾਂ ਨਾਲ ਲਾਏ ਨੇ, ਮੁਲਕ ਹਾਈਜੈਕ ਕੀਤੇ ਹੈ। ਨਾ ਕੋਈ ਸਦਰ ਜੇ, ਉਹ ਵੀ ਹਾਰੇ ਹੈ, ਨਾ ਵਜ਼ੀਰ ਆਜ਼ਮ ਜੇ, ਨਾ ਵਜ਼ੀਰ ਆਲਾ ਜੇ, ਨਾ ਕੋਈ ਪੂਰੇ ਮੁਲਕ ਨਾਲ। ਫਿਰ ਗਿਣਨ ਦੀ ਕੀ ਲੋੜ ਹੈ ਬਈ? ਇੱਕ ਵੀ ਬੰਦਾ ਨਹੀਂ, 2% ਬੰਦੇ ਜੁੱਤੇ ਜੇ। ਬੜੀ ਗੱਲ ਹੈ ਜੇ ਪੰਜਾਬ ਪੂਰੇ ਚੋਂ 10-12 MPA ਤੇ 2 MLA। ਅੱਛਾ ਗੱਲ ਸੁਣੋ, ਹੁਣ ਮੈਂ ਸਮਝ ਗਿਆ, ਦੱਸ ਦਿੱਤਾ। ਮੈਂ ਕੋਈ ਸਵਾਲ ਤੁਹਾਨੂੰ ਕਰਨਾ ਚਾਹਨਾ, ਤੁਸੀਂ ਕਈ ਦਫਾ ਮਜ਼ਹਬ ਦੀ ਗੱਲ ਕਰਦੇ ਜੇ। ਪਿਛਲੇ ਦਿਨੋਂ ਇੱਕ ਮਜ਼ਹਬ ਦੀ ਗੱਲ ਨਹੀਂ ਕਰਦਾ ਮੈਂ, ਇਹ ਗੱਲ ਜਿਹੜੀ ਕੀਤੀ ਮੈਨੂੰ 2 ਮਿੰਟ ਕਰ ਲੈਣ, ਤੁਸੀਂ ਬੇਸ਼ੱਕ ਸਵਾਲ ਕਰਿਓ, ਮੈਂ ਲੰਮੀ ਨਹੀਂ ਕਰਦਾ। ਮੁਲਕ ਦੀ ਹਕੂਮਤ ਕੋਲ ਨਹੀਂ, ਜਿਹੜਾ ਬੰਦਾ ਜਨਾਬ ਸਪੀਕਰ ਜਾਂ ਸਦਰ ਸਾਹਿਬ ਜਾਂ ਵਜ਼ੀਰ ਆਜ਼ਮ ਸਾਹਿਬ, ਚਲੋ ਠੀਕ ਹੈ, ਉਹ ਆਪਣੇ ਬਾਪ ਦਾ ਨਹੀਂ, ਗੁਨਾਹ ਕਬੀਰ ਹੈ। ਉਹ ਜਦੋਂ ਹਕੂਮਤ ਹੈ ਹੀ ਨਹੀਂ, ਪੂਰਾ ਇਲੈਕਸ਼ਨ ਹੀ ਹਾਈਜੈਕ ਹੋਏ ਹੈ, ਫਿਰ ਮੈਂ PTI ਦੀ ਗੱਲ ਇਹ ਕਰਨਾ ਪਿਆ। ਪਰ ਤੁਹਾਨੂੰ ਨਾ ਦੂਜੇ ਪਿੰਡ ਪਾਏ, ਤੁਸੀਂ ਆ ਜਿਓ ਐਨੀਆਂ ਉਹਨਾਂ 5 ਭੰਨੀਆਂ ਨੇ, ਸੁਣ ਕੇ ਮੈਂ ਬਿਮਾਰ ਹੋ ਗਿਆ। ਉਹ 8 ਭੰਨੀਆਂ ਨੇ, 9 ਭੰਨੀਆਂ, ਇਹ ਪੂਰੀ ਕਰਨੀ, ਇਹ ਅਗਵਾ ਗਏ। ਉਹ ਜ਼ਾਲਮ ਦੇ ਬੱਚੇ, ਪੂਰਾ ਇਲੈਕਸ਼ਨ ਚੋਰੀ ਹੋਈ ਹੈ। ਤੁਹਾਨੂੰ ਨਾ ਦੂਜੇ ਪਿੰਡ ਹਰਾਮੀਆਂ ਪਾਏ ਹੈ, ਸੀਟਾਂ ਦੇ ਪਾਏ। ਤੁਸੀਂ ਆਖੋ ਜੀ ਪਹਿਲਾ ਫੈਸਲਾ ਹੋਵੇ ਇਹ ਜੰਗ ਜੇ, ਤੁਹਾਡਾ ਮੁਲਕ ਹਾਈਜੈਕ ਹੋ ਗਿਆ ਪੂਰਾ ਪਾਕਿਸਤਾਨ, ਤੁਸੀਂ ਇਹਨਾਂ ਕੋਲੋਂ ਲੈਣਾ ਪੂਰਾ ਮੁਲਕ ਤੇ ਤੁਹਾਨੂੰ ਨਾ ਦੇਣਾ। ਜੰਗ ਕਰਨੀ ਜੇ 500 ਮਰੇ, 1000 ਮਰੇ, 2 ਮਰੇ, ਨਾ ਤੁਹਾਡੀ ਫੌਜ ਹੈ, ਨਾ ਤੁਹਾਡੀ ਪੁਲਿਸ ਹੈ, ਨਾ ਤੁਹਾਡੀ ਰੇਂਜਰ ਹੈ, ਨਾ ਤੁਹਾਡਾ ਸਦਰ ਹੈ। ਉਹ ਪੂਰਾ ਇਲੈਕਸ਼ਨ ਚੋਰੀ ਹੋਈ ਹੈ। ਉਹ ਤੁਸੀਂ ਜ਼ਾਲਮ ਦੇ ਬੱਚਿਓ, ਪਹਿਲਾਂ ਗੱਲ ਇਹ ਕਰੋ, 45 ਇਲੈਕਸ਼ਨ ਦਾ ਫੈਸਲਾ ਕਰੋ। ਨਿੱਕੇ ਜਿਹੜੇ ਹਰਾਮੀ ਪਿੱਲੇ ਬਣ ਕੇ ਬੈਠੇ ਨੇ ਅੰਦਰ MPA ਜਾਂ MLA, ਜਿਹੜੀਆਂ ਉਹਨਾਂ ਦਿੱਤੀਆਂ ਉਹਨਾਂ ਨੂੰ, ਨੋਨ ਲੀਗ ਦੇ ਪੀਪਲ ਪਾਰਟੀ ਨੂੰ, ਉਹ ਵੀ ਉਹਨਾਂ ਦੀਆਂ ਕੋਈ ਨਹੀਂ। ਉਹ ਸੀਟਾਂ ਸਾਰੀਆਂ ਹੈ ਹੀ ਨਾ। ਤੁਸੀਂ ਪੂਰਾ ਇਲੈਕਸ਼ਨ ਮੰਗੋ, ਤੁਸੀਂ ਮੰਗ ਲਿਓ 5 ਸੀਟਾਂ ਤੇ 4 ਸੀਟਾਂ 'ਚ ਹਰਾਮੀ ਤੁਹਾਨੂੰ ਨਾ ਜਾਣ ਕੇ ਪੁੱਠੇ ਪੈਂਦੇ ਪਏ ਆ। 5 ਰਹਿ ਗਈਆਂ ਨੇ, 6 ਰਹਿ ਗਈਆਂ ਨੇ। ਉਹ ਫਰੈਂਡੂ ਬਣਦਾ ਨਹੀਂ ਪਿਆ। ਉਹ ਫਰੈਂਡੂ ਆਪਣੇ ਪਿਓ ਦਾ ਨਹੀਂ, ਤੁਹਾਡਾ ਕਿੱਥੋਂ ਆ? ਉਹ ਆਪਣੀ ਜ਼ਾਤ ਦਾ ਇੱਕ ਫਰੈਂਡੂ ਸ਼ੇਰ ਅਫਜ਼ਲ ਤੇ ਜਿਤਨੇ MPA ਤੇ MLA ਪੀਪਲ ਪਾਰਟੀ, ਨੋਨ ਲੀਗ ਦੇ ਤੇ ਜਨਾਬ ਅਲੀ MQM ਵਾਲੇ, ਇਹਨਾਂ 'ਚ ਕੋਈ ਮੁਸਲਮਾਨ ਹੈ ਜੇ, ਕੋਈ ਪਾਕਿਸਤਾਨੀ ਹੈ ਜੇ, ਕੋਈ ਮੁਹੱਬਤ ਵਤਨ ਹੈ ਜੇ। ਇਹਨਾਂ ਨੂੰ ਕਿਸੇ ਨੂੰ ਜਿਸ ਰਾਨੀ ਨੂੰ ਕਲਮਾ ਨਹੀਂ ਪਹਿਲਾਂ ਆਉਂਦਾ, ਉਹਨੇ ਕਦੇ ਵੱਡੇ ਹੱਥ ਨਹੀਂ ਧੋਤੇ, ਜਿਹੜੀ ਕਰੋੜਾਂ ਰੁਪਏ ਨੁਕਸਾਨ ਕਰਦੀ ਹੈ। ਇਹ ਧੌਂਟੀ ਦਾ ਮੱਥਾ ਉਹਦਾ 3 ਦਾਨੀਆਂ ਨਕੋ ਰੱਖੀ ਨੇ, 30 ਲੱਖ ਤਨਖਾਹ ਮਹੀਨੇ ਤੇ ਜਿਹੜੇ ਥੱਲੇ 3 ਜਣੇ ਰੱਖੇ ਨੇ, ਥੱਲੇ ਵਾਲਾ ਠੋਕਣੀ ਹੋਈ ਤੇ ਮੰਮੀ ਸੁਣਾਉਣ ਦੀ ਮੁੱਕੀ ਪਈ ਹੈ, ਖਤਮ ਹੋਈ ਹੈ। ਮੂੰਹ ਧੋ ਕੇ ਵਿਖਾਏ ਮੈਨੂੰ ਆਪਣਾ। ਹੁਣ ਤੁਸੀਂ ਸਵਾਲ ਕਰ ਲਓ, ਮੈਂ ਇੰਨੀ ਗੱਲ ਦੱਸੀ ਹੈ। ਪਰ ਮੇਰੀ ਅਰਜ਼ ਹੈ ਪਾਕਿਸਤਾਨੀ ਕੌਮ ਅੱਗੇ, ਇਹ 5-6 ਬਗੈਰਤੀ ਨਾ ਕਰੋ। ਜਿਹੜੇ MP MLA ਬਣ ਕੇ ਅੰਦਰ ਬੈਠੇ ਨੇ ਜਾਂ ਜਿਹਨਾਂ ਕੋਲ ਖੁੱਚੀਆਂ ਗਈਆਂ ਨੇ, ਅਗਰ ਤੁਸੀਂ ਇੱਕ ਬੰਦਾ ਟਰਾਲੇ ਤੇ ਆ ਕੇ ਇਹਨਾਂ ਨੇ ਕੁਰਬਾਨੀ ਦਿੱਤੀ, ਬਾਅਦ ਪੂਰਾ ਇਲੈਕਸ਼ਨ ਨਾ ਮੰਗਿਆ, ਜਵੇਦ ਸਾਹਿਬ ਕੰਮ ਤੇ ਆ ਕੇ ਇਲੈਕਸ਼ਨ ਹੀ ਪੂਰਾ ਚੋਰੀ ਹੋਏ। ਅੱਛਾ ਗੱਲ ਸੁਣੋ, ਹੁਣ ਠੀਕ ਹੈ, ਕਹਿ ਦਿੱਤੀ ਇਹ ਗੱਲ। ਜਿਹੜੇ ਬਣ ਕੇ ਬੈਠੇ ਨੇ, ਜਿਹੜੇ PTI ਵਾਲੇ ਤੇ ਜਿਹੜੇ MQM ਵਾਲੇ ਪੀਪਲ ਪਾਰਟੀ ਵਾਲੇ, ਉਹ ਵੀ ਸਾਰੇ ਤਰੀਕੇ ਇਨਸਾਫ ਦੇ। ਅੱਛਾ ਸਾਰੇ ਜੁੱਤੇ ਤਰੀਕੇ ਇਨਸਾਫ ਦੇ ਨਾਲ ਠੀਕ ਹੋ ਗਿਆ, ਇਹ ਤੇ ਹੋ ਗਿਆ। ਇਹ ਦੱਸੋ, ਇਹ ਜਿਹੜਾ ਪਿਛਲੇ ਦਿਨ ਕਾਜ਼ੀ ਫਾਇਜ਼ ਈਸਾ ਦੇ ਨਾਲ ਵਾਕਿਆ ਪੇਸ਼ ਆਇਆ, ਉਹ ਲੜਕੇ ਨੂੰ ਇਹ ਲਫ਼ਜ਼ ਕਹਿਣੇ ਚਾਹੀਦੇ ਸੀ, ਲਾਨਤ ਵਾਲੇ? ਉਹ ਲੜਕਾ ਜਿਹੜਾ ਨਾ, ਮੈਂ ਸੁਣਿਆ ਪੂਰੀ, ਮੈਂ 20 ਵਜੇ ਤੱਕ ਬੈਠਿਆ, ਉਹ ਬੱਚਾ ਸਾਦਾ ਹੈ, ਥੋੜਾ ਪੜ੍ਹਿਆ, ਉਹਦਾ ਕੰਮ ਆਇਆ ਬਈ ਬੈਤੁਲ ਮਾਲ ਚੋਂ ਖਰਚਾ ਆਪਣਾ ਪਹਿਲਾ, ਜਿਹੜੇ ਚਲੋ ਮੁਸਲਮਾਨ ਨਹੀਂ ਹੋਏ। ਇਸ ਵਾਸਤੇ ਜਿਹੜਾ ਅਸੀਂ ਲੈਣ ਦੇ ਆ, ਇਹ ਵੀ ਉਹ ਸਾਡਾ ਕਾਨੂੰਨ ਬਣਿਆ ਤੇ ਸਾਨੂੰ ਕਿਸੇ ਕਾਨੂੰਨ ਕੀ ਦੱਸਣ। ਇਹ ਜਿਹੜਾ ਇਹ ਸਮਝ ਲਓ, ਜਿਹੜਾ ਚੀਫ ਜਸਟਿਸ ਬਣ ਕੇ ਬੈਠੇ ਆ, ਇਹ ਪਾਕਿਸਤਾਨ ਦੇ
ਗੁਨਾਹਾਂ ਦੀ ਸਜ਼ਾ ਹੈ। ਇਹ ਬੰਦਾ ਵਕੀਲ ਰਹਿਣ ਅੱਛਾ ਆਖਰ ਤੇ ਗੰਦੀ ਅੱਛਾ ਜ਼ੁਬਾਨ। ਠੀਕ ਹੋ ਗਿਆ, ਪਹੁੰਚ ਗਿਆ ਤੁਹਾਡਾ ਪੈਗਾਮ। ਇਹ ਦੱਸੋ ਇੱਕ ਡਾਕਟਰ ਸ਼ਾਹ ਨਵਾਜ਼, ਉਹਦਾ ਤੁਸੀਂ ਸੁਣਿਆ ਕਿ ਉਹਦੇ ਨਾਲ ਕੀ ਕੀਤਾ ਇਹਨਾਂ ਨੇ? ਜਿਹੜੇ ਇੱਕ ਲਫ਼ਜ਼ ਕੋ ਲੰਘਿਆ ਪਰ ਇਤਨੀਆਂ ਖਬਰਾਂ ਹੁੰਦੀਆਂ ਮੈਂ ਅੱਛਾ ਮੈਂ ਦੱਸਣਾ ਤੁਹਾਨੂੰ, ਮੈਂ ਦੱਸਣਾ ਡਾਕਟਰ ਸੀ, ਇੱਕ ਡਾਕਟਰ ਸੀ ਸ਼ਾਹ ਨਵਾਜ਼, ਉਹਨੂੰ ਕਰਾਚੀ ਤੋਂ ਪੁਲਿਸ ਫੜ ਕੇ ਲੈ ਕੇ ਆਈ ਅਮੀਰਪੁਰ। ਉਤੇ ਉਹਨੂੰ ਪੁਲਿਸ ਨੇ ਕਤਲ ਕੀਤਾ। ਉਹਦੇ ਬਾਅਦ ਉਹਦੀ ਲਾਸ਼ ਨੂੰ ਜਲਾ ਦਿੱਤਾ ਗਿਆ। ਇਲਜ਼ਾਮ ਇਹ ਲਾਇਆ ਗਿਆ ਕਿ ਇਹਨੇ ਤੋਹੀਨ ਰਸਾਲਤ ਕੀਤੀ ਹੈ। ਉਹ ਸੋਸ਼ਲ ਮੀਡੀਆ ਤੇ ਉਹਨੇ ਕਿਹਾ ਵੀ ਹੈ ਕਿ ਮੈਨੇ ਇਹ ਕਿਸੇ ਨੇ ਮੇਰੇ ਅਕਾਊਂਟ 'ਚ ਗਲਤ ਤਰੀਕੇ ਦੇ ਨਾਲ ਆਪਣੇ ਸਿਸਟਮ 'ਚ ਲਿਆ ਕੇ ਸਾਰਾ ਕੁਝ ਕੀਤਾ। ਇਹ ਮੈਨੂੰ ਦੱਸੋ, ਜਿਹੜੇ ਮੁਲਕ ਦੇ ਵਿੱਚ ਜ਼ਿੰਦਾ ਲੋਕਾਂ ਨੂੰ ਮਾਰ ਕੇ ਜਲਾਇਆ ਜਾਏ ਮਜ਼ਹਬ ਦੇ ਨਾਮ ਤੇ, ਉਹ ਉਸ ਮੁਲਕ ਦੇ ਵਿੱਚ ਅਮਨ ਆ ਸਕਦਾ? ਮੈਂ ਇਹ ਵਾਕਿਆ ਨਹੀਂ ਸੁਣਿਆ, ਉਂਝ ਮੈਨੂੰ ਪਤਾ। ਮੈਂ ਥੋੜੀ ਜਿਹੀ ਖਬਰ ਲੱਗੀ ਤਾਂ ਟੀਵੀ ਤੇ ਮੈਂ ਤੱਕੀ, ਅੱਗੋਂ ਪਤਾ ਨਹੀਂ ਘਰ ਦਾ ਕੋਈ ਨਿਆਣਾ ਆ ਗਿਆ, ਮੈਂ ਗੱਲ ਸੁਣੀ, ਇਹ ਮੈਨੂੰ ਪਤਾ ਲੱਗਿਆ ਵਾ ਕੋਈ ਬੰਦਾ ਉਹ ਪੁਲਿਸ ਵਾਲੇ ਗਲੇ 'ਚ ਹਾਰ ਪਾਇਆ ਇਹਨੇ ਬੰਦਾ ਮਾਰੇ। ਇਹ ਮੈਨੂੰ ਵਾਕਿਆ ਦਾ ਪੂਰਾ ਨਹੀਂ ਪਤਾ ਹੋਇਆ ਕੀ ਇਹ ਤੁਸੀਂ ਦੱਸਿਆ ਵਾ ਮਜ਼ਹਬੀ ਤੌਰ ਤੇ ਜਿਸ ਬੰਦੇ ਮਾਰਿਆ ਉਹ ਵੀ ਜਨਮੀ ਹੈ ਤੇ ਜਿੰਨਾ ਉਹਦੇ ਖਿਲਾਫ ਗਵਾਹੀ ਦਿੱਤੀ ਹੈ। ਮੈਂ ਉਹ ਕਹਿੰਦਾ ਤੁਸੀਂ ਮੰਨ ਲਓ ਕਿ ਤੋਹੀਨ ਕੀਤੀ ਹੋਣੀ ਹੈ, ਲੇਕਿਨ ਇਸਲਾਮ ਇਸ ਗੱਲ ਨੂੰ ਨਹੀਂ ਮੰਨਦਾ। ਸਾਡਾ ਮਜ਼ਹਬ ਜ਼ਾਲਮ ਨਹੀਂ ਹੈ। ਇਸਲਾਮ ਤੇ ਬੜਾ ਇਨਸਾਫ ਕਰਨ ਵਾਲਾ ਮਜ਼ਹਬ ਹੈ, ਰਹਿਮ ਦਿਲ ਮਜ਼ਹਬ, ਮਾਫ ਕਰਨ ਵਾਲਾ। ਉਹਦਾ ਕੰਮ ਹੈ ਜਿਹੜਾ ਤੁਸੀਂ ਬੰਦਾ ਮੁਜਰਮ ਫੜਦੇ, ਪੁਲਿਸ ਨੂੰ ਕੋਈ ਹੱਕ ਹਾਸਲ ਨਹੀਂ ਉਸ ਬੰਦੇ ਨੂੰ ਗੋਲੀ ਮਾਰੇ, ਉਹਦਾ ਕੰਮ ਹੈ ਉਹਨੂੰ ਅਦਾਲਤ 'ਚ ਪੇਸ਼ ਕਰਦਾ, ਉਹਦਾ ਬਕਾਇਦਾ ਕੇਸ ਚੱਲਦਾ, ਜੱਜ ਫੈਸਲਾ ਕਰਦੇ। ਜਿਹੜੇ ਜੱਜ ਫੈਸਲਾ ਕਰਦੇ ਅਗਰ ਉਹ ਗਲਤ ਫੈਸਲਾ ਕਰਦੇ ਤੇ ਉਹ ਮੁਜਰਮਾ ਹੈ, ਭਾਵੇਂ ਉਹਨੂੰ ਮਾਫ ਕਰਦੇ ਭਾਵੇਂ ਉਹਨੂੰ ਸਜ਼ਾ। ਕੋਈ ਕਿਸੇ ਬੰਦੇ ਨੂੰ ਜ਼ਾਤੀ ਤੌਰ ਤੇ ਕੋਈ ਹੱਕ ਹਾਸਲ ਨਹੀਂ ਕਿਸੇ ਫਤਵਾ ਦੇਣਾ ਬਈ ਇਹ ਮਰਜ਼ਈਆ ਇਹਨੂੰ ਮਾਰ ਦਿਓ, ਇਹ ਈਸਾਈ ਇਹਨੂੰ ਮਾਰ ਦਿਓ, ਇਹਨੇ ਤੋਹੀਨੇ ਅਦਾਲਤ ਕੀਤੀ ਹੈ। ਉਹ ਜਵੇਦ ਸਾਹਿਬ ਇਹ ਕੰਮ ਤਾਂ ਪਿਆ ਹੁੰਦਾ ਕਿ ਲੀਡਰ ਕੋਈ ਨਹੀਂ, ਉੱਥੇ ਹਾਕਮ ਕੋਈ ਨਹੀਂ। ਇਹ ਹਾਕਮ ਹੋਵੇ ਨਾ ਵਕਤ ਪੁਲਿਸ ਦੀ ਕੀ ਜ਼ਰੂਰਤ ਹੈ ਜਾਂ ਉਹਨਾਂ ਬੰਦੇ ਦੀ ਕੀ ਜ਼ਰੂਰਤ ਹੈ। ਅੱਛਾ ਤੁਸੀਂ ਕੋਇਟੇ ਵਾਲਾ ਤਾਂ ਸੁਣਿਆ ਹੋਣਾ, ਕੋਇਟੇ ਵਾਲਾ ਤਾਂ ਸੁਣਿਆ ਹੀ ਹੋਣਾ ਕਿ ਪੁਲਿਸ ਵਾਲੇ ਨੇ ਦੂਜੇ ਪੁਲਿਸ ਸਟੇਸ਼ਨ 'ਚ ਆ ਕੇ ਬੰਦੇ ਨੂੰ ਮਾਰਤਾ ਸੀ। ਮੈਂ ਕਹਿੰਦਾ ਗੁਨਾਹ ਕਬੀਰਾ ਜ਼ੁਲਮ ਹੈ। ਕੋਈ ਕਿਸੇ ਨੂੰ ਕੋਈ ਹੱਕ ਹਾਸਲ ਨਹੀਂ। ਅਗਰ ਕੋਈ ਬੰਦਾ ਕਹਿੰਦਾ ਬੰਦਾ ਅਦਾਲਤਾਂ ਇਸੇ ਵਾਸਤੇ ਪੂਰੀ ਦੁਨੀਆ ਤੇ ਅਦਾਲਤਾਂ ਬਣੀਆਂ, ਅਦਾਲਤ 'ਚ ਬੰਦਾ ਤੁਹਾਨੂੰ ਯੂਰਪ 'ਚ ਅਦਾਲਤਾਂ ਨਹੀਂ। ਜਵੇਦ ਸਾਹਿਬ ਤੁਹਾਨੂੰ ਮੈਂ ਅੱਗੇ ਵੀ ਆਖਿਆ ਮੈਂ ਇਟਲੀ ਇੱਥੇ ਆ ਜਾਓ, ਤੁਹਾਨੂੰ ਮੈਂ 2 ਦਿਨ ਰਵੋ 3 ਦਿਨ ਰਵੋ, ਤੁਹਾਨੂੰ ਮੈਂ ਹੋਟਲ ਠਹਿਰਾਉਣਾ ਵੀ, ਜੋ ਉਸਦੇ ਤਸੀਕ ਤੁਹਾਨੂੰ ਮੈਂ ਖਾਣਾ ਵੀ ਮਿਸਲ ਹੋਣਾ ਖਵਾਉਂਦਾ। ਤੁਸੀਂ ਇੱਥੇ ਆ ਕੇ ਬਹਿ ਕੇ 3 ਕੇਸ ਮੈਂ ਇਟਲੀ ਪੁਲਿਸ ਦੇ ਖਿਲਾਫ ਦਿੱਤੇ ਨੇ। ਮੈਂ ਸੱਚਾ ਮੈਂ ਦੱਸ ਜਾਣਾ ਕੋਈ ਗੁਨਾਹ ਚੋਰੀ ਕੋਈ ਨਹੀਂ। ਮੇਰੇ ਟ੍ਰੈਫਿਕ ਦੇ ਚਲਾਨ ਕੀਤੇ ਮੇਰੇ 3 ਵਾਰੀ। ਨਹੀਂ ਪੁਲਿਸ ਨੇ ਤੇ ਤੁਹਾਡਾ ਚਲਾਨ ਕਰਕੇ ਅਦਾਲਤ 'ਚ ਹੀ ਭੇਜਦੀ ਹੈ ਨਾ, ਆਪ ਤੇ ਨਹੀਂ ਫੈਸਲੇ ਕਰਦੀ ਨਾ। ਮੈਨੂੰ ਨਾ ਅਦਾਲਤ ਵਿੱਚ ਭੇਜਿਆ, ਮੈਂ 2 ਵਾਰੀ ਮੈਂ ਅਦਾਲਤ ਵਿੱਚ ਆਪੂ ਗਿਆ, ਤੀਜੀ ਵਾਰੀ ਮੈਂ ਪੁਲਿਸ ਨੂੰ ਬੁਲਾ ਲਿਆ। ਅੱਛਾ ਉਹਨਾਂ ਮੇਰੀਆਂ 10 ਪੁੰਟੀਆਂ ਕੱਟ ਛੜੀਆਂ ਤੇ 500 ਯੂਰੋ ਜੁਰਮਾਨਾ ਕਰ ਛੜਿਆ ਮੈਨੂੰ। ਤੇ ਮੈਂ ਉਹਨੂੰ ਜੱਜ ਨੂੰ ਮੈਨੂੰ ਪਤਾ ਮੈਂ ਗਲਤੀ ਨਹੀਂ ਕੀਤੀ, ਮੁੰਡਾ ਜਵਾਨ ਜਾਣਾ ਗਲਤੀ ਕਰ ਜੋਸ਼ ਕਰ ਗਿਆ। ਉਹਨਾਂ ਮੈਨੂੰ ਜੱਜ ਨੇ ਮੈਨੂੰ ਵੀ ਕੁਰਸੀ ਤੇ ਪਾਇਆ, ਉਹਨੂੰ ਵੀ ਪਾਇਆ। ਸਾਡੀ ਤਾਰੀਖ 'ਚੋਂ ਨਹੀਂ ਆਇਆ, ਤਾਰੀਖ ਇੱਥੇ ਲੰਮੀ ਪੈਂਦੀ ਹੈ, ਮਹੀਨੇ ਡੇਢ ਦੀ ਤਾਰੀਖ ਬਾਹਰ ਦੇ। ਮੈਨੂੰ ਜੱਜ ਆਦੀ ਹੈ ਬਈ ਯਕੂਬ ਅੱਜ ਨਹੀਂ ਹੋਇਆ, ਅਗਲੀ ਤਾਰੀਖ ਲਾਜ਼ਮੀ ਆਵੇਗਾ, ਨਾ ਆਇਆ ਤੇ ਉਹ ਮੁਜਰਮ ਹੈ ਤੂੰ ਬਰੀ ਲਾਜ਼ਮੀ ਆਵੇਗਾ। ਕਿ ਬਸ ਇੱਕ ਤਾਰੀਖ ਦੀ ਮਾਫੀ ਖਾਲੀ ਇਹ ਤੇਰਾ ਮੁਲਕ ਪਾਕਿਸਤਾਨ ਨਹੀਂ। ਉਹ ਆ ਗਿਆ, ਆਮਣੇ ਸਾਹਮਣੇ ਬਹਿ ਗਏ। ਉਹਨੇ ਕੋਲ ਪੁੱਛਿਆ ਨਾ ਜਿਹੜਾ ਲਿਖਣਾ ਜਾਂ ਵਰਦੀ ਜੋ ਕੋਈ ਕਰਕੇ ਸਾਰਾ ਕਿਹੜੇ ਥਾਣੇ ਲੱਗੇ ਕੀ ਗੱਲ ਕਿ ਇਹਨੇ ਗੁਨਾਹ ਕੀਤਾ ਯਕੂਬ ਨੇ, ਕੀ ਉਹਨੇ ਚਲਾਨ ਸਾਰਾ ਉਹ ਰੱਖਿਆ ਵਰਕੇ ਦੇ। ਫਿਰ ਮੈਨੂੰ ਉਹਨੇ ਆਖਿਆ ਮੈਂ ਕਿਹਾ ਗੱਲ ਇਹ ਆਰਾਮ ਨਾਲ, ਮੈਨੂੰ ਜ਼ਬਾਨ ਥੋੜੀ ਆਉਂਦੀ ਉਹ ਤੁਹਾਨੂੰ ਪਤਾ ਮੈਨੂੰ 29 ਸਾਲ ਇਟਲੀ 'ਚ ਹੋ ਗਏ ਨੇ। ਤੇ ਮੈਂ ਕਿਹਾ ਵਾ ਗੱਲ ਇਹ ਜ਼ਬਾਨ ਤੇ ਮੈਨੂੰ ਆਉਂਦੀ, ਇੱਥੇ ਤਾਂ ਅਸਾਂ ਜ਼ਿੰਦਗੀ ਲੰਘੀ, ਮੇਰੀ ਅੱਧੀ ਔਲਾਦ ਜਵਾਨ ਹੋ ਗਈ, ਪਰ ਮੈਨੂੰ ਜ਼ਿਆਦਾ ਨਹੀਂ ਆਉਂਦੀ। ਜੇ ਕੋਈ ਗਲਤੀ ਹੋਈ ਤੇ ਟ੍ਰਾਂਸਲੇਟ ਉਹਨੇ ਕਿਹਾ ਤੂੰ ਯਕੂਬ ਤੂੰ ਆਰਾਮ ਨਾਲ ਗੱਲ ਕਰ। ਮੈਂ ਕਿਹਾ ਮੈਂ ਆਰਾਮ ਨਾਲ ਕਰਾਂਗਾ ਗੱਲ, ਜੇ ਗਲਤੀ ਹੋਈ ਤੇ ਬੰਦਾ ਟ੍ਰਾਂਸਲੇਟਰ ਨੇ ਕਿਹਾ ਹਿੰਦੀ ਨਹੀਂ ਅਸੀਂ ਬੁਲਾ ਲਾਂਗੇ। ਮੈਂ ਠੀਕ, ਮੈਂ ਇਸ ਗੱਲ ਕੀਤੀ। ਉਹ ਜੱਜ ਆਦੀ 10 ਵਜੇ ਮੈਂ ਤੁਹਾਡਾ ਚਲਾਨ ਕਰਾਂਗੀ, ਤੁਹਾਨੂੰ ਜੁਰਮਾਨਾ ਕਰਾਂਗੇ, ਨਹੀਂ ਤੇ ਯਕੂਬ ਕੋਲ ਮਾਫੀ ਮੰਗ ਲੈ। ਅੱਗੋਂ ਇਹ ਵੀ ਤੇ ਜ਼ਰੂਰੀ ਨਹੀਂ ਕਿ ਮੈਂ ਇਹਨੂੰ ਤੰਗ ਨਹੀਂ ਕਰਦੀ ਨਾ ਤੂੰ ਕਰ ਸਕਦਾ, ਜ਼ਰੂਰੀ ਮਾਫੀ ਦੇ। ਮੈਨੂੰ ਆਦੀ ਯਕੂਬ ਤੇਰੀ ਮਰਜ਼ੀ ਹੈ, ਝੂਠਾ ਮੈਨੂੰ ਯਕੀਨ ਹੋ ਗਿਆ, ਸਾਬਤ ਹੋ ਗਿਆ, ਤੂੰ ਇਹਨੂੰ ਮਾਫੀ ਦੇ, ਤੇਰੀ ਨਹੀਂ ਤੇ ਮੈਂ ਨਾ ਚਲਾਨ ਕਰ ਸਕਦੀ। ਜੁਰਮਾਨਾ ਹੁੰਦਾ ਉਹਨਾਂ ਦੀ ਨੌਕਰੀ ਦਾ ਬੜਾ ਮਸਲਾ ਬਣ ਜਾਂਦਾ। ਬਹੁਤ ਸੇ ਯੂਰਪ 'ਚ ਨਾ ਜੇ ਇਹ ਸਹੀ ਬੰਦੇ ਪਕੜ ਤੇ ਨਹੀਂ ਤਰੱਕੀ ਵੀ ਬੜੀ ਹੁੰਦੀ ਹੈ, ਤੇ ਜੇ ਇਹ ਗਲਤ ਹੈ ਬੰਦੇ ਨੂੰ ਪਕੜ ਲਿਆ ਮਨ ਮੰਨਿਆ ਜਾਂ ਅਦਾਲਤ ਦੇ ਰੂਪ ਨੂੰ ਬੰਦਾ ਪਵੇ ਤੇ ਫਿਰ ਬੰਦੇ ਦੀ ਤਨੱਲੀ ਵੀ ਬੜੀ ਹੁੰਦੀ ਹੈ। ਮੈਂ ਆਖਿਆ ਮੇਰਾ ਕਿਹੜਾ ਦੁਸ਼ਮਣ ਹੈ, ਸ਼ਰੀਕ ਹੈ ਮੇਰਾ। ਮੈਂ ਆਖਿਆ ਮੈਂ ਉਹਨੂੰ ਮਾਫ ਕੀਤਾ। ਬਾਹਰ ਨਿਕਲ ਉਸ ਬੰਦੇ ਮੈਨੂੰ ਬਾਹਰ ਤੇ ਲੈ ਗਿਆ, ਨਾਲੇ ਦੁੱਧ ਪੱਤੀ ਪਿਆਈ, ਨਾਲੇ ਜੱਫਾ ਮਾਰ ਕੇ ਮਿਲਿਆ। 2-3 ਵਾਰੀ ਵਾਕਿਆ ਹੋਇਆ ਸਾਡੇ ਦੇ ਏਰੀਏ ਦੀ ਪੁਲਿਸ ਆ ਤੇ ਯਕੀਨ ਕਰੋ 2-3 ਵਾਰੀ ਖਲੋਤੀ ਹੈ ਤੇ ਮੈਂ ਲੱਗਾ ਜਾਣਾ ਨਾਲ ਕਦੇ ਬੱਚੀ ਜਾਣਾ ਕਦੇ ਬੀਵੀ ਹੈ ਤੇ ਦੂਜਿਆਂ ਨੂੰ ਰੋਕ ਜਾਂਦਾ, ਮੈਨੂੰ ਰੁਕਣਾ ਪੈਂਦਾ, ਮੈਂ ਰੁਕ ਜਾਂਦਾ। ਉਹ ਤੱਕ ਲੈ ਖਲੋਤੇ ਦੂਰ ਆਲਾ ਯਕੂਬ ਨੂੰ ਜਾਣ ਦਿਓ ਨਾ ਤੱਕ ਯਾਰ ਅੱਜ ਵੀ ਆਲਾ ਯਕੂਬ ਨੂੰ ਜਾਣ, ਇਹਦੀ ਸਭ ਕੁਝ ਠੀਕ ਹੈ।
ਤੇ ਗੱਲ ਇਹ ਆ ਵੀ ਪਾਕਿਸਤਾਨ 'ਚ ਜੇ ਤੇ ਹਕੂਮਤ ਹੈ ਕੋਈ, ਜਿਹੜਾ ਬੰਦਾ ਉਹਨੂੰ ਸਦਰ ਆਦਾ ਜ਼ਰਦਾਰੀ ਨੂੰ, ਜਾਂ ਉਹਨੂੰ ਉਹ ਕੇਸ਼ ਵਾਦੇ ਨੂੰ, ਜਾਂ ਉਹਦੀ ਕੁੜੀ ਨੂੰ ਵਿਦਿਆ ਮੰਨਣਾ, ਮੈਂ ਕਹਿੰਦਾ ਇਹ ਨਹੀਂ ਮੈਂ ਆ ਸਕਦਾ ਕਿਸੇ ਨੂੰ ਫਤਵਾ ਦਿੰਦਾ ਭਾਈ ਦਾਰੇ ਸਲਾਮ ਤੂੰ ਖਾਰਜ ਨੇ, ਗੁੱਸੇ ਨਾਲ ਅੱਗੇ ਮੇਰੇ ਮੂੰਹ 2 ਵਾਰੀ ਗੱਲ ਨਿਕਲ ਗਈ ਹੈ, मैं अपने लफ्ज वापस लेना, लेकिन मैं ये कहना कि वो बंदा बेगैरत है, मुनाफिक है, उसकी गैरत है, कितने वो बोल के रखे स्पीकर यार साल का बेगैरत 47 साल मारिया, सदर 47 साल मारिया, चलो बस हो गया, 47 साल वो बने ही नहीं, धोखा है पूरा मुल्क ही आईदा कोई। चलो बहुत शुक्रिया तुहाडा। आखिरी बारी फिर जिवे साहब एक मिनट मैं अर्ज करना पिया, आराम नाल सुन लो मेरी गल, जे तुसीं अपने बाप जो जितने MP MN ਉਹ ਛੱਡ ਦਿਓ 6 ਜਿਹੜੇ ਤੁਸੀਂ MNA ਨੂਨ ਲੀਗ ਦੇ ਪੀਪਲ ਪਾਰਟੀ ਤੁਸੀਂ ਨਹੀਂ ਬਣੇ, MQM ਦੇ ਵੀ 6 ਜਿਹੜੇ ਦੋ ਫਲੰਡੂ ਦੇ ਫਲੰਡੂ ਨੂੰ ਇਹ ਦੁੱਖ ਹੈ ਪਰ ਰਾਮਦਾ ਮੈਂ ਵੱਡਾ ਟਿਕਟਾਂ ਉਹਨਾਂ ਨੂੰ ਚੌਕੀ ਲੱਭੀਆਂ ਸਾਰਿਆਂ ਨੂੰ, ਮੈਨੂੰ ਟੋਟਲੀ 6 ਫਾਲਤੂ ਉਹ ਹਿੱਸਾ ਬਰਾਬਰ ਮੰਗਦੇ ਆ, ਉਹਨੂੰ ਹਿੱਸਾ ਥੋੜਾ ਲੱਭਾ। ਇਹ ਜਿਤਨੀਆਂ ਸੀਟਾਂ ਜਿੰਨੇ MP MNA ਹੋ ਤੁਸੀਂ ਸਾਰੇ ਤਰੀਕੇ ਇਨਸਾਫ ਦੇ ਬਣੇ ਹੋ, ਕੱਲ खुदा ਨੂੰ जवाब ਦਿਓ, ਇਹ ਨਹੀਂ ਕਿ ਉਹ 6 ਲੜਨ, ਅਗਰ ਤੁਹਾਡੇ 'ਚ ਗਲਤ ਹੈ ਸਾਰੇ ਵੱਖਰੇ ਖਲੋ ਜਾਓ, ਆਖੋ ਜੀ ਅਸੀਂ ਇਹ ਛੱਡਨੇ ਆ, ਅਸੀਂ ਕੋਈ ਨਹੀਂ ਬਣੇ, ਅਸੀਂ ਹਾਰੇ ਆ, ਇਮਰਾਨ ਖਾਨ ਬਣੇ, ਅਗਰ नहीं तो ਤੁਸੀਂ ਜਾਣੋ ਰੱਬ ਜਾਣੇ ਤੇ ਇਹ ਕੌਮ ਜਾਣੇ। अस्सलाम वालेकुम व रहमतुल्लाहि व बरकातहू। नहीं यकूब साहब अब माजरत चाहते हैं, यकूब साहब जज्बाती भी हो जाते हैं, चैनल को सब्सक्राइब करें, जुड़े रहे हमारे साथ।